गुरु रूप प्यारी साध संगत जी, वाहिगुरु जी का खालसा वाहिगुरु जी की फतेह। प्रोफैसर पूरन सिंह जी की एक अमोलक लिखत है जिस दा सिरलेख है गुरु ग्रंथ के निर्देशों अनुसार लम्मी नज़र। आओ उस दा अगला हिस्सा सरवण करने की कोशिश करिए जी। लड़ी नूं जोड़न लई पिछले हिस्से विच पढ़ियां कुछ पंक्तियां दोबारा पढ़ियां जा रही हैं जी। ਭਾਰਤ ਦੇ ਧਾਰਮਿਕ ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਰਹੱਸਵਾਦੀ ਸੁਪਨੇ ਸਾਕਾਰ ਹੋਏ। ਵਣਜ ਵਪਾਰ ਵਿੱਚ ਵਾਧਾ ਹੋਇਆ, ਲੋਕਾਂ ਦੀ ਭਲਾਈ ਲਈ ਵੱਡੇ ਤੇ ਯਾਦਗਾਰੀ ਕਾਰਜ ਆਰੰਭੇ ਗਏ। ਪਰ ਇਸ ਸਮੇਂ ਪ੍ਰਭੂ ਪ੍ਰੀਤਮ ਦੇ ਪ੍ਰੇਮ ਦਾ ਪਰਮ ਆਨੰਦ ਵੀ ਨਾਲੋਂ ਨਾਲ ਅੰਗ ਸੰਗ ਰਿਹਾ। ਗੁਰੂ ਸਾਹਿਬਾਨ ਨੂੰ ਪਾਤਸ਼ਾਹ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ, ਪਰ ਲੋਕਾਂ ਲਈ ਉਹ ਸੇਵਕਾਂ ਵਾਂਗ ਕਾਰਜ ਕਰਦੇ ਸਨ। ਜਦੋਂ ਇੱਕ ਵਾਰ ਗੁਰੂ ਅਰਜਨ ਸਾਹਿਬ ਦਾ ਕੋਈ ਸੰਬੰਧੀ ਉਹਨਾਂ ਨੂੰ ਮਿਲਣ ਆਇਆ ਤਾਂ ਆਪ ਦੀ ਮਾਤਾ ਨੇ ਉਸ ਪ੍ਰਾਹੁਣੇ ਅੱਗੇ ਮੋਟੇ ਅੰਨ ਦਾ ਪ੍ਰਸ਼ਾਦਾ ਤੇ ਸਾਗ ਪਰੋਸਿਆ। ਲੋਕਾਂ ਦਾ ਪਾਤਸ਼ਾਹ ਅਰਥਾਤ ਗੁਰੂ, ਮਹਾਕਵੀ ਤੇ ਸਿੱਖਾਂ ਦਾ ਪ੍ਰੀਤਮ ਪਿਆਰਾ ਇਸ ਤਰ੍ਹਾਂ ਦੀ ਗਰੀਬੀ ਦਾ ਜੀਵਨ ਬਤੀਤ ਕਰਦਾ ਸੀ। ਗੁਰੂ ਦੇ ਇਸ ਆਤਮਿਕ ਸੰਗੀਤ ਉੱਤੇ ਉਸਾਰੇ ਗਏ ਇਸ ਸਵਰਾਜ ਵਿੱਚ ਵੋਟਾਂ ਦੀ ਅਸਥੂਲ ਵਿਧੀ ਦੁਆਰਾ ਪ੍ਰਤੀਨਿਧਤਾ ਨਹੀਂ ਸੀ ਦਿੱਤੀ ਜਾਂਦੀ, ਪਰ ਇਸ ਰਾਜ ਵਿੱਚ ਉਹਨਾਂ ਵਿਅਕਤੀਆਂ ਦਾ ਮੌਨ ਰੂਪ ਵਿੱਚ ਸਤਿਕਾਰ ਕੀਤਾ ਜਾਂਦਾ ਸੀ ਜਿਨ੍ਹਾਂ ਦਾ ਆਪਣਾ ਜੀਵਨ ਗੁਰੂ ਦੀ ਆਤਮਾ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਜਵਲਿਤ ਉਦਾਹਰਣ ਬਣ ਚੁੱਕਾ ਸੀ। ਇਹ ਵਿਅਕਤੀ ਗੁਰੂ ਜੀ ਦੇ ਪ੍ਰੇਮ ਤੇ ਸਚਿਆਰਤਾ ਨਾਲ ਭਰਪੂਰ ਸਨ। ਇਹ ਪ੍ਰੇਮ ਅਗਨੀ ਹੀ ਉਹਨਾਂ ਲਈ ਲੋਕਾਂ ਦੇ ਪ੍ਰਤੀਨਿਧ ਹੋਣ ਦਾ ਪ੍ਰਤੀਕ ਹੁੰਦੀ ਸੀ। ਗੁਰੂ ਹਰਿਰਾਏ ਜੀ ਭਾਵੇਂ ਆਪ ਸੰਤੋਖਵਾਦੀ ਸਨ, ਪਰ ਉਹਨਾਂ ਨੇ ਗੁਰੂ ਹਰਗੋਬਿੰਦ ਦੁਆਰਾ ਚਲਾਈ ਗਈ ਸ਼ਿਕਾਰ ਦੀ ਪਰੰਪਰਾ ਨੂੰ ਜਾਰੀ ਰੱਖਿਆ। ਗੁਰੂ ਤੇਗ ਬਹਾਦਰ ਜੀ ਪਰਬਤਾਂ ਦੀ ਕੁੱਖ ਵਿੱਚ ਜਾ ਵਸੇ ਤਾਂ ਜੋ ਗੁਰੂ ਨਾਨਕ ਦੇਵ ਜੀ ਦੁਆਰਾ ਬੀਜੇ ਗਏ ਬੀਜ ਅੰਕੁਰ ਫੁੱਟਣ ਉਪਰੰਤ ਵੱਧ ਫੁੱਲ ਸਕਣ। ਪਰ ਕਿਉਂ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਅਗਿਆਨ ਤੇ ਕੱਟੜਤਾ ਦੀਆਂ ਸ਼ਕਤੀਆਂ ਨੇ ਵੰਗਾਰਿਆ ਸੀ, ਇਸ ਲਈ ਆਪ ਨੇ ਇਹਨਾਂ ਸਭ ਨੂੰ ਪ੍ਰਚੰਡ ਅਗਨੀ ਵਿੱਚ ਸਾੜ ਦਿੱਤਾ ਤੇ ਮਨੁੱਖ ਦੇ ਅਗਿਆਨ ਦੀ ਇਸ ਅੰਧਕਾਰਮਈ ਅਵਸਥਾ ਵਿੱਚ ਗੁਰੂ ਨਾਨਕ ਦੀ ਬਾਣੀ ਦਾ ਕ੍ਰਾਂਤੀ ਦੀ ਪ੍ਰਚੰਡ ਅਗਨੀ ਅਰਥਾਤ ਬੀਰ ਰਸ ਧੁਨੀ ਵਿੱਚ ਗਾਇਨ ਕੀਤਾ। ਆਪ ਨੇ ਗੁਰਤਾ ਦੀ ਪਰੰਪਰਾ ਨੂੰ ਇਸ ਲਈ ਸਮਾਪਤ ਕਰ ਦਿੱਤਾ ਤਾਂ ਜੋ ਇਹ ਮੁੜ ਭਾਰਤੀ ਵਾਤਾਵਰਣ ਦੀਆਂ ਦੋਸ਼ਪੂਰਨ ਪਰਿਸਥਿਤੀਆਂ ਅਨੁਸਾਰ ਮੁੜ ਵਹਿਮਾਂ ਭਰਮਾਂ ਦਾ ਸ਼ਿਕਾਰ ਨਾ ਹੋ ਸਕੇ। 10 ਗੁਰੂ ਸਾਹਿਬਾਨ ਨੇ ਆਪਣੇ ਜੀਵਨ ਦੁਆਰਾ ਆਤਮਿਕ ਜੀਵਨ ਦੇ ਕਾਫੀ ਚਿੰਨ੍ਹ ਉਜਾਗਰ ਕਰ ਦਿੱਤੇ ਸਨ ਤੇ ਆਪ ਗੁਰੂ ਸਾਹਿਬਾਨ ਦੀ ਵੀ ਇਹ ਇੱਛਾ ਸੀ ਕਿ ਉਹਨਾਂ ਦੇ ਸਿੱਖ ਵੀ ਇਹਨਾਂ ਆਤਮਿਕ ਆਦਰਸ਼ਾਂ ਉੱਪਰ ਪੂਰਾ ਉਤਰਨ। ਜੇ ਇਹ ਗੁਰਿਆਈ ਦੀ ਮਰਿਆਦਾ ਅੱਗੇ ਵੀ ਤੁਰਦੀ ਤਾਂ ਇਸ ਦਾ ਕੋਈ ਬਹੁਤਾ ਲਾਭ ਨਹੀਂ ਹੋਣਾ ਸੀ। ਇਸ ਮਰਿਆਦਾ ਨੂੰ ਰੋਕਣਾ ਹੀ ਉਚਿਤ ਸੀ, ਇਸ ਲਈ ਇਹ ਖਤਮ ਕਰ ਦਿੱਤੀ ਗਈ। ਫਿਰ ਵੀ ਇਸ ਪਰੰਪਰਾ ਨੂੰ ਸਮਾਪਤ ਨਾ ਕੀਤਾ ਗਿਆ। ਇਸ ਸਭ ਕੁਝ ਤੋਂ ਇਹ ਸੰਕੇਤ ਮਿਲਦਾ ਹੈ ਕਿ ਜਿਨ੍ਹਾਂ ਗੁਰੂ ਵਿਅਕਤੀਆਂ ਨੇ ਮਨੁੱਖੀ ਚੇਤਨਤਾ ਨੂੰ ਸੁਤੰਤਰ ਕਰ ਦਿੱਤਾ ਸੀ, ਉਹ ਇਹ ਨਹੀਂ ਸਨ ਚਾਹੁੰਦੇ ਕਿ ਉਹਨਾਂ ਦੇ ਅਨੁਯਾਈ ਇੱਕ ਸੀਮਤ ਫਿਰਕੇ ਜਾਂ ਸੰਪਰਦਾਇ ਵਿੱਚ ਆਪਣੇ ਆਪ ਨੂੰ ਸੰਕੁਚਿਤ ਕਰ ਲੈਣ ਅਤੇ ਇਸ ਪ੍ਰਕਾਰ ਆਤਮਿਕ ਭੋਖੜੇ ਦਾ ਸ਼ਿਕਾਰ ਹੋ ਕੇ ਆਪਣੀ ਆਤਮਿਕ ਮੌਤ ਨਾ ਵਿਹਾਜ ਲੈਣ। ਇਹ ਇੱਕ ਪ੍ਰਕਾਰ ਦੀ ਦੈਵੀ ਆਵੇਸ਼ ਦੀ ਅਜਿਹੀ ਅਕਥਨੀ ਅਵਸਥਾ ਸੀ ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਵਿੱਚ ਜਾਗਰੂਕ ਕਰ ਦਿੱਤਾ ਸੀ। ਜੀਵਨ ਦੀਆਂ ਸਹਿਨਸਰ ਵਿਭਿੰਨ ਪਰਿਸਥਿਤੀਆਂ ਵਿੱਚ ਸੰਸਾਰ ਦੀਆਂ ਸਾਰੀਆਂ ਪਦਾਰਥਕ ਖਿੱਚਾਂ ਦੇ ਹੁੰਦਿਆਂ ਹੋਇਆਂ ਵੀ ਸਿੱਖਾਂ ਨੇ ਆਤਮਿਕ ਜੀਵਨ ਦੇ ਇਹਨਾਂ ਉੱਚੇ ਆਦਰਸ਼ਾਂ ਨੂੰ ਸਥਿਰ ਰੱਖਿਆ। ਭਾਰਤ ਵਿੱਚ ਧਾਰਮਿਕ ਆਦਰਸ਼ਾਂ ਨੂੰ ਨਵੀਂ ਸੁਤੰਤਰਤਾ ਪ੍ਰਦਾਨ ਕੀਤੀ ਗਈ। ਇੱਕੋ ਪੱਧਰ ਦੇ ਸਾਧਾਰਨ ਮਨੁੱਖ ਇੱਕ ਦੂਜੇ ਦਾ ਉੱਚੀ ਪੱਧਰ ਤੱਕ ਉਥਾਨ ਨਹੀਂ ਕਰ ਸਕਦੇ। ਇਸ ਲਈ ਜ਼ਰੂਰੀ ਹੈ ਕਿ ਉੱਚੇ ਮੰਡਲਾਂ ਦੀ ਆਤਮਿਕ ਜੀਵਨ ਕਣੀ ਹੇਠਲੇ ਮੰਡਲਾਂ ਵਿੱਚ ਆ ਕੇ ਪ੍ਰਵੇਸ਼ ਕਰੇ ਅਤੇ ਨੀਵੇਂ ਥਾਂ ਤੇ ਖੜੇ ਵਿਅਕਤੀਆਂ ਦਾ ਉੱਚਾ ਉਥਾਨ ਕਰ ਦੇਵੇ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹਾ ਕੋਈ ਵੀ ਸ਼ਬਦ ਨਹੀਂ ਹੈ ਜਿੱਥੇ ਇਹ ਕਿਹਾ ਗਿਆ ਹੋਵੇ ਮੇਰੇ ਪਿੱਛੇ ਤੁਰੋ ਜਾਂ ਸਾਡੇ ਪਿੱਛੇ ਲੱਗੋ।
ਈਸਾਈ ਮਤ ਵਿੱਚ ਸ਼ਬਦ ਮੈਂ ਤੇ ਅਸਾਂ ਨੇ ਆਤਮਾ ਦੇ ਸਮੁੱਚੇ ਜੀਵਨ ਨੂੰ ਸੀਮਤ ਕਰ ਦਿੱਤਾ ਹੈ। ਭਾਵੇਂ ਮਸੀਹ ਦੇ ਉਸ ਮਹਾਨ ਪ੍ਰੇਮ ਨੂੰ ਇਸ ਪ੍ਰਕਾਰ ਸੀਮਤ ਕਰ ਦੇਣ ਦਾ ਵਿਚਾਰ ਕਦੇ ਵੀ ਉਤਪੰਨ ਨਹੀਂ ਸੀ ਹੋਇਆ। ਹਜ਼ਰਤ ਈਸਾ ਦੇ ਦੈਵੀ ਵਿਅਕਤਿਤਵ ਨੂੰ ਮੈਂ ਤੇ ਮੇਰਾ ਕਹਿ ਕੇ ਈਸਾਈ ਚਿੰਤਕ ਉਸ ਦੀ ਅਖਰੀ ਵਿਆਖਿਆ ਕਰਦੇ ਹਨ। ਸਿੱਧ ਗੋਸ਼ਟ ਵਿੱਚ ਵੀ ਯੋਗੀ ਗੁਰੂ ਨਾਨਕ ਦੇਵ ਜੀ ਨੂੰ ਵਾਰ-ਵਾਰ ਇਹ ਪ੍ਰਸ਼ਨ ਪੁੱਛਦੇ ਹਨ ਕਿ ਆਪ ਦਾ ਗੁਰੂ ਕੌਣ ਹੈ। ਗੁਰੂ ਜੀ ਵਾਰ-ਵਾਰ ਇਸ ਦਾ ਉੱਤਰ ਇੰਜ ਦਿੰਦੇ ਹਨ, ਇਹ ਤਾਂ ਇੱਕ ਉਚੇਰੇ ਦੈਵੀ ਆਵੇਸ਼ ਦੀ ਅਵਸਥਾ ਹੈ। ਇਹ ਤਾਂ ਧਾਰਮਿਕ ਪ੍ਰਤਿਭਾ ਦੀ ਇੱਕ ਵਿਸ਼ੇਸ਼ ਮਨੋਦਸ਼ਾ ਹੈ। ਇਹ ਤਾਂ ਸੱਚੇ ਅਰਥਾਂ ਵਿੱਚ ਦੇਵਲੋਕ ਵੱਲੋਂ ਆਵੇਸ਼ਗਤ ਮਨੁੱਖ ਦੀ ਹਾਲਤ ਹੈ, ਜਿਸ ਵਿੱਚ ਮਨੁੱਖ ਪ੍ਰਭੂ ਪ੍ਰੀਤਮ ਦੀ ਆਤਮਾ ਦਾ ਵਾਹਣ ਮਾਤਰ ਬਣ ਜਾਂਦਾ ਹੈ। ਸਿੱਧ ਗੋਸ਼ਟ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਵਾਰ-ਵਾਰ ਦੁਹਰਾਉਣਾ ਬਹੁਤ ਹੀ ਮਹੱਤਵਪੂਰਨ ਹੈ। ਅਜਿਹਾ ਕਰਨਾ ਬੜਾ ਜ਼ਰੂਰੀ ਸੀ, ਕਿਉਂ ਜੋ ਅਗਿਆਨ ਦਾ ਅੰਧਕਾਰ ਬਹੁਤ ਸੰਘਣਾ ਸੀ। ਗੁਰੂ ਜੀ ਦੀ ਆਤਮਾ ਵਿੱਚੋਂ ਵਾਰ-ਵਾਰ ਬਿਜਲੀ ਦੇ ਲਸ਼ਕਾਰੇ ਚਮਕਦੇ ਸਨ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਕਦੀ ਵੀ ਆਪਣੇ ਦੇਹ ਸਰੂਪ ਨੂੰ ਗੁਰੂ ਨਹੀਂ ਜਾਤਾ। ਭਾਵੇਂ ਫਿਰ ਵੀ ਆਪ ਦੀ ਦੇਹ ਵਿੱਚ ਗੁਰੂ ਵਿਦਮਾਨ ਸੀ, ਆਪ ਨੇ ਉਸ ਗੁਰੂ ਰੂਪੀ ਸੁਆਸਾਂ ਨੂੰ ਗੁਰੂ ਅੰਗਦ ਦੇ ਸਰੀਰ ਵਿੱਚ ਕਿਰਿਆਸ਼ੀਲ ਕਰ ਦਿੱਤਾ ਅਤੇ ਗੁਰੂ ਅੰਗਦ ਨੂੰ ਗੁਰੂ ਨਾਨਕ ਕਹਿ ਕੇ ਸੰਬੋਧਿਤ ਕੀਤਾ। ਇਸ ਤਰ੍ਹਾਂ ਆਪ ਨੇ ਗੁਰੂ ਦੀ ਦੇਹਧਾਰੀ ਸਰੂਪ ਵਿੱਚ ਦੈਵੀ ਨਛੱਤਰ ਮੰਡਲ ਦਾ ਵਿਸ਼ੇਸ਼ ਪ੍ਰਬੰਧ ਸਥਾਪਿਤ ਕਰ ਦਿੱਤਾ। ਆਪ ਗੁਰਮੁਖ ਨੂੰ ਕੇਂਦਰ ਵਿੱਚ ਸਥਾਪਿਤ ਕਰ ਦਿੰਦੇ ਹਨ, ਜੋ ਕਿ ਇੱਕ ਹੱਡ ਚੰਮ ਦਾ ਬਣਿਆ ਹੋਇਆ ਵਿਅਕਤੀ ਹੈ ਤੇ ਦੂਜਿਆਂ ਮਨੁੱਖਾਂ ਸਮਾਨ ਹੀ ਆਪਣਾ ਜੀਵਨ ਗੁਜ਼ਾਰਦਾ ਹੈ। ਇਹ ਗੁਰਮੁਖ ਵਿਅਕਤੀ ਪ੍ਰਭੂ ਦੇਸ਼ ਤੋਂ ਪ੍ਰਾਪਤ ਕੀਤੀ ਹੋਈ ਆਤਮਿਕ ਜੋਤੀ ਦੇ ਪ੍ਰਕਾਸ਼ ਦੇ ਪ੍ਰਵਾਹ ਨੂੰ ਦੂਜਿਆਂ ਵਿੱਚ ਸੰਚਿਤ ਕਰਦਾ ਹੈ। ਗੁਰਮੁਖ ਦੀ ਹੋਂਦ ਮਹਾਨ ਆਤਮਾ ਦੇ ਹਜ਼ੂਰੀ ਦਰਸ਼ਨ ਲਈ ਸੰਵੇਦਨਸ਼ੀਲ ਤਾਂਗ ਨੂੰ ਜਗਾ ਦਿੰਦੀ ਹੈ ਅਤੇ ਉਹ ਸਾਰੇ ਜਨ ਸਮੂਹ ਦੇ ਰੂਪ ਵਿੱਚ ਉਸ ਦੇ ਦੁਆਲੇ ਘੁੰਮਦੇ ਹਨ ਤੇ ਉਹ ਆਪ ਗੁਰੂ ਦੇ ਦੁਆਲੇ ਪਰਿਕਰਮਾ ਕਰਦਾ ਹੈ। ਇਸ ਤਰ੍ਹਾਂ ਸਾਧ ਸੰਗਤ ਤੇ ਨਾਮ ਸਿਮਰਨ ਦਾ ਆਰੰਭ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਸ਼ੁੱਧ ਆਤਮਾ ਹੋਰ ਪਵਿੱਤਰ ਤੇ ਪੁਨੀਤ ਹੋ ਜਾਂਦੀ ਹੈ ਅਤੇ ਇਸ ਆਤਮਿਕ ਉਥਾਨ ਦੀ ਅਵਸਥਾ ਵਿੱਚ ਪ੍ਰਭੂ ਪ੍ਰੀਤਮ ਸਦਾ ਹਾਜ਼ਰ ਨਾਜ਼ਰ ਹੁੰਦਾ ਹੈ। ਪ੍ਰਭੂ ਦੀ ਸ਼ਾਨ ਦਾ ਤੇਜ ਪ੍ਰਤਾਪ ਹੋਰ ਵਡੇਰੀ ਸ਼ਾਨ ਵਿੱਚ ਜਗਮਗਾਉਣ ਲੱਗ ਪੈਂਦਾ ਹੈ। ਗੁਰੂ ਤਾਂ ਸ਼ਬਦ ਰੂਪੀ ਸੰਗੀਤਕ ਨਿਛੱਤਰ ਸਿਰਜਦਾ ਹੈ ਅਤੇ ਸਮੂਹ ਸ੍ਰਿਸ਼ਟੀ ਸ਼ਬਦ ਰੂਪ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਉਪਨਿਸ਼ਦਾਂ ਦੇ ਵਾਦ ਵਿਵਾਦ ਦਾ ਖੰਡਨ ਕਰਦੇ ਹਨ, ਕਿਉਂ ਜੋ ਅਜੇ ਆਦਰਸ਼ਕ ਅਮੂਰਤੀਕਰਨ ਵਿੱਚ ਕੋਈ ਵੀ ਆਤਮ ਸਤਾ ਨਹੀਂ ਹੋ ਸਕਦੀ। ਆਪ ਤਾਂ ਇੱਕ ਸ਼ਿਲਪਕਾਰ ਹਨ ਤੇ ਆਪ ਦਾ ਇਹ ਵਿਸ਼ਵਾਸ ਹੈ ਕਿ ਇੱਕ ਅਕਥਨੀ ਸਰੂਪ ਦੀ ਅਕਲ ਕਲਾ ਵਿਸ਼ਵ ਆਤਮਾ ਦੀ ਇੱਛਾ ਅਨੁਸਾਰ ਕਲਾਧਾਰੀ ਕਾਰਜ ਕਰ ਰਹੀ ਹੈ। ਆਤਮਾ ਦਾ ਪ੍ਰਕਾਸ਼ ਅਨੰਤ ਵੇਗ ਦਾ ਧਾਰਨੀ ਹੀ ਹੋ ਸਕਦਾ ਹੈ, ਪਰੰਤੂ ਕੋਈ ਕਰਮਹੀਣ ਸਾਖੀ ਯਾਨੀ ਦਰਸ਼ਕ ਨਹੀਂ ਹੈ। ਉਹ ਤਾਂ ਕਰਤਾ ਪੁਰਖ ਹੈ ਤੇ ਕਲਾਧਾਰੀ ਹਸਤੀ ਹੈ, ਵੱਡਾ ਸ਼ਿਲਪਕਾਰ ਹੈ। ਆਪਣੀ ਜੀਵਨ ਸੱਤਾ ਵਿੱਚ ਸੱਚੀ ਆਤਮਾ ਸਦਾ ਕਰਮਸ਼ੀਲ ਹੁੰਦੀ ਹੈ। ਜੀਵਨ ਤਾਂ ਤੇਜ਼ ਗਤੀ ਦਾ ਧਾਰਨੀ ਹੁੰਦਾ ਹੈ। ਜੀਵਨ ਤਾਂ ਇੱਕ ਕਿਰਤੀ ਕਾਮਾ ਹੈ, ਨਵ ਸਿਰਜਕ ਹੈ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇ ਸਿਰ ਉੱਤੇ ਗਿੱਲੇ ਘਾਹ ਦੀ ਪੰਡ ਚੁਕਾ ਦਿੱਤੀ ਤੇ ਉਹਨਾਂ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਹੁਕਮ ਕੀਤਾ। ਆਪ ਮੁਹਾਰੀ ਕਿਰਤ ਵਿੱਚ ਬਿਤਾਇਆ ਗਿਆ ਜੀਵਨ ਭਾਵੇਂ ਉਹ ਕਿੰਨਾ ਵੀ ਸਵਾਰਥੀ ਕਿਉਂ ਨਾ ਹੋਵੇ, ਸੱਚੇ ਰੂਪ ਵਿੱਚ ਪਰਉਪਕਾਰੀ ਹੁੰਦਾ ਹੈ। ਧਰਮ ਸ਼ਾਸਤਰੀ ਤੇ ਪਰਾਭੌਤਿਕ ਰੂਪ ਦਾ ਚਿੰਤਨ ਨਿਪਟ ਰੂਪ ਵਿੱਚ ਸਾਰਹੀਣ ਹੀ ਹੁੰਦਾ ਹੈ। ਪਰਉਪਕਾਰਵਾਦ ਉਦੋਂ ਕੇਵਲ ਕਲਪਿਤ ਆਦਰਸ਼ ਤੇ ਥੋਥਾ ਹੀ ਰਹਿ ਜਾਂਦਾ ਹੈ, ਜਦੋਂ ਉਹ ਪੂਰਨਤਾ ਦੀ ਖਾਤਰ ਆਪਣੇ ਵਿਅਕਤਿਤਵ ਦੇ ਕੇਂਦਰ ਬਿੰਦੂ ਦਾ ਤਿਆਗ ਕਰਕੇ ਕਿਸੇ ਹੋਂਦ ਰਹਿਤ ਅਮੂਰਤ ਧੁੰਦਲੇ ਆਦਰਸ਼ਾਂ ਦੀ ਢੂੰਡ ਭਾਲ ਕਰਦਾ ਹੋਇਆ ਮਨੁੱਖਤਾ ਦੀ ਭਲਾਈ ਕਰਨ ਦਾ ਫੋਕਾ ਦਾਅਵਾ ਕਰਦਾ ਹੈ। ਫਿਰ ਦੁਹਰਾ ਦਈਏ, ਪਰਉਪਕਾਰਵਾਦ ਉਦੋਂ ਕੇਵਲ ਕਲਪਿਤ ਆਦਰਸ਼ ਤੇ ਥੋਥਾ ਹੀ ਰਹਿ ਜਾਂਦਾ ਹੈ, ਜਦੋਂ ਉਹ ਪੂਰਨਤਾ ਦੀ ਖਾਤਰ ਆਪਣੇ ਵਿਅਕਤਿਤਵ ਦੇ ਕੇਂਦਰ ਬਿੰਦੂ ਦਾ ਤਿਆਗ ਕਰਕੇ ਕਿਸੇ ਹੋਂਦ ਰਹਿਤ ਅਮੂਰਤ ਧੁੰਦਲੇ ਆਦਰਸ਼ਾਂ ਦੀ ਢੂੰਡ ਭਾਲ ਕਰਦਾ ਹੋਇਆ ਮਨੁੱਖਤਾ ਦੀ ਭਲਾਈ ਕਰਨ ਦਾ ਫੋਕਾ ਦਾਅਵਾ ਕਰਦਾ ਹੈ।
ਕਿਰਸਾਨ ਜਦੋਂ ਹਲ ਵਾਹ ਰਿਹਾ ਹੁੰਦਾ ਹੈ, ਗੋਡੀ ਕਰ ਰਿਹਾ ਹੁੰਦਾ ਹੈ ਤੇ ਆਪਣਾ ਖੂਨ ਪਸੀਨਾ ਡੋਲ ਰਿਹਾ ਹੁੰਦਾ ਹੈ, ਤਾਂ ਉਹ ਸੱਚਾ ਪਰਉਪਕਾਰੀ ਹੀ ਹੁੰਦਾ ਹੈ। ਸਭ ਪ੍ਰਕਾਰ ਦੀ ਕਿਰਤ ਆਪਣੇ ਮੂਲ ਰੂਪ ਵਿੱਚ ਕਿਰਸਾਨੀ ਦੀ ਨਿਆਈ ਹੁੰਦੀ ਹੈ। ਕੋਈ ਬਾਲ ਜਵਾਲਾਮੁਖੀ ਨੂੰ ਸ਼ਾਂਤ ਨਹੀਂ ਕਰ ਸਕਦਾ, ਨਾ ਹੀ ਕੋਈ ਫੁੱਲ ਕਿਸੇ ਅਨਾਥ ਯਤੀਮ ਨੂੰ ਪ੍ਰਸੰਨ ਕਰ ਸਕਦਾ ਹੈ। ਦੁੱਖਾਂ ਕਸ਼ਟਾਂ ਦਾ ਕੇਵਲ ਇੱਕੋ ਹੀ ਇਲਾਜ ਕਿਰਤ ਕਰਨਾ ਹੈ। ਇਸ ਨਾਲ ਵਿਅਕਤੀ ਆਪਣੇ ਜੀਵਨ ਦੇ ਕੇਂਦਰ ਬਿੰਦੂ ਨਾਲ ਤੇਜ਼ ਗਤੀ ਨਾਲ ਜੁੜ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਘਰ ਵਿੱਚ ਸਾਧ ਸੰਗਤ ਦੀ ਪ੍ਰੇਮ ਨਾਲ ਕੀਤੀ ਗਈ ਸੇਵਾ ਮਨੁੱਖਤਾ ਦੀ ਸੱਚੀ ਸੇਵਾ ਹੈ। ਇੱਥੇ ਪ੍ਰਤੀਕ ਰੂਪ ਵਿੱਚ ਨਾਮ ਸਿਮਰਨ ਵਿੱਚ ਜੁੜ ਕੇ ਮਨੁੱਖ ਦੀ ਸਵਾਰਥੀ ਭਾਵਨਾ ਮਿਟ ਜਾਂਦੀ ਹੈ। ਫਿਰ ਦੁਹਰਾ ਦਈਏ, ਇਸੇ ਤਰ੍ਹਾਂ ਗੁਰੂ ਘਰ ਵਿੱਚ ਸਾਧ ਸੰਗਤ ਦੀ ਪ੍ਰੇਮ ਨਾਲ ਕੀਤੀ ਗਈ ਸੇਵਾ ਮਨੁੱਖਤਾ ਦੀ ਸੱਚੀ ਸੇਵਾ ਹੈ। ਇੱਥੇ ਪ੍ਰਤੀਕ ਰੂਪ ਵਿੱਚ ਨਾਮ ਸਿਮਰਨ ਵਿੱਚ ਜੁੜ ਕੇ ਮਨੁੱਖ ਦੀ ਸਵਾਰਥੀ ਭਾਵਨਾ ਮਿਟ ਜਾਂਦੀ ਹੈ। ਇਸ ਪ੍ਰਕਾਰ ਜਦੋਂ ਉਸ ਦੀ ਸਵਾਰਥੀ ਭਾਵਨਾ ਦੂਰ ਹੋ ਜਾਂਦੀ ਹੈ, ਤਾਂ ਉਹ ਮਨੁੱਖ ਤੇ ਪ੍ਰਭੂ ਦੋਹਾਂ ਦਾ ਸੱਚਾ ਸੇਵਕ ਬਣ ਜਾਂਦਾ ਹੈ। ਪ੍ਰਭੂ ਦੀ ਸਭ ਤੋਂ ਉੱਤਮ ਸੇਵਾ ਪ੍ਰੇਮ ਤੇ ਪ੍ਰੇਮ ਦੁਆਰਾ ਕੀਤੀ ਗਈ ਕਿਰਤ ਵਿੱਚ ਸਵਾਰਥਹੀਨ ਹੋਣਾ ਹੀ ਹੈ। ਸਭ ਤੋਂ ਉੱਚਾ ਧਰਮ ਸਕਰਮਕ ਦਇਆ, ਸਕਰਮਕ ਪ੍ਰੇਮ, ਸਕਰਮਕ ਸਹਾਨਭੂਤੀ ਹੀ ਹੈ। ਭਾਵੇਂ ਉਸ ਦੇ ਸਵੈ ਬਾਲਣ ਲਈ ਕਿੰਨੀ ਹੀ ਥੋੜੀ ਥਾਂ ਤੇ ਕਿੰਨਾ ਹੀ ਨਿਗੂਣਾ ਕਰਮ ਮਨੁੱਖ ਦੇ ਕਰਨ ਯੋਗ ਕਿਉਂ ਨਾ ਹੋਵੇ। ਸੂਰਜ ਅਤੇ ਪਰਮਾਣੂ ਦੋਵੇਂ ਹੀ ਆਤਮਾ ਦੇ ਵਾਹਨ ਹਨ ਅਤੇ ਦੋਹਾਂ ਨੇ ਹੀ ਆਪਣੇ ਆਪਣੇ ਹਿੱਸੇ ਦਾ ਜ਼ਰੂਰੀ ਕਾਰਜ ਨਿਭਾਉਣਾ ਹੁੰਦਾ ਹੈ। ਸਾਰੀਆਂ ਵਸਤੂਆਂ ਨੂੰ ਦੇਵ ਰੂਪ ਜਾਣਨਾ, ਜਿਹਾ ਕਿ ਵੈਦਿਕ ਦੇਵਮਾਲਾ ਤੇ ਬਹੁਦੇਵਵਾਦ ਵਿੱਚ ਪ੍ਰਧਾਨ ਹੈ, ਦੁਆਰਾ ਨਹੀਂ ਸਗੋਂ ਮਨੁੱਖ ਦੇ ਆਪਣੇ ਵਿਅਕਤਿਤਵ ਨੂੰ ਨਾਮ ਸਿਮਰਨ ਦੇ ਮਧੂ ਰਸ ਨਾਲ ਭਰਪੂਰ ਤੇ ਮਿੱਠੜਾ ਬਣਾ ਕੇ ਹੀ ਤੁਸੀਂ ਸੱਚੇ ਅਰਥਾਂ ਵਿੱਚ ਸੁੰਦਰ ਤੇ ਦੂਜਿਆਂ ਲਈ ਭਲਾਈ ਦੇ ਪਾਤਰ ਬਣ ਸਕਦੇ ਹੋ। ਇਸ ਉਪਰੋਕਤ ਨਾਮ ਸਿਮਰਨ ਦੇ ਮਧੂ ਰਸ ਤੋਂ ਵਿਹੂਣੇ ਤੁਸੀਂ ਘਾਹ ਫੂਸ ਦੇ ਬਲ ਦੇ ਢੇਰ ਸਮਾਨ ਹੋ। ਗੁਰੂ ਅਰਜਨ ਦੇਵ ਜੀ ਦੇ ਕਥਨ ਅਨੁਸਾਰ ਨਾਮ ਵਿਹੂਣਾ ਜੀਵਨ ਤਾਂ ਅਗਨੀ ਦੇ ਭਾਂਬੜ ਸਮਾਨ ਹੈ। ਫਿਰ ਦੁਹਰਾ ਦਈਏ, ਸਾਰੀਆਂ ਵਸਤੂਆਂ ਨੂੰ ਦੇਵ ਰੂਪ ਜਾਣਨਾ, ਜਿਹਾ ਕਿ ਵੈਦਿਕ ਦੇਵਮਾਲਾ ਤੇ ਬਹੁਦੇਵਵਾਦ ਵਿੱਚ ਪ੍ਰਧਾਨ ਹੈ, ਦੁਆਰਾ ਨਹੀਂ ਸਗੋਂ ਮਨੁੱਖ ਦੇ ਆਪਣੇ ਵਿਅਕਤਿਤਵ ਨੂੰ ਨਾਮ ਸਿਮਰਨ ਦੇ ਮਧੂ ਰਸ ਨਾਲ ਭਰਪੂਰ ਤੇ ਮਿੱਠੜਾ ਬਣਾ ਕੇ ਹੀ ਤੁਸੀਂ ਸੱਚੇ ਅਰਥਾਂ ਵਿੱਚ ਸੁੰਦਰ ਤੇ ਦੂਜਿਆਂ ਲਈ ਭਲਾਈ ਦੇ ਪਾਤਰ ਬਣ ਸਕਦੇ ਹੋ। ਇਸ ਉਪਰੋਕਤ ਨਾਮ ਸਿਮਰਨ ਦੇ ਮਧੂ ਰਸ ਤੋਂ ਵਿਹੂਣੇ ਤੁਸੀਂ ਘਾਹ ਫੂਸ ਦੇ ਬਲ ਦੇ ਢੇਰ ਸਮਾਨ ਹੋ। ਗੁਰੂ ਅਰਜਨ ਦੇਵ ਜੀ ਦੇ ਕਥਨ ਅਨੁਸਾਰ ਨਾਮ ਵਿਹੂਣਾ ਜੀਵਨ ਤਾਂ ਅਗਨੀ ਦੇ ਭਾਂਬੜ ਸਮਾਨ ਹੈ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।